ਬਜ਼ੁਰਗਾਂ ਤੋਂ ਡਾਂਟ ਖਾ ਕੇ ਔਰ ਉਹਨਾਂ ਦੀਆਂ ਗੱਲਾਂ ਸੁਣ ਕੇ ਫਿਰ ਵੀ ਇਹ ਹਿੰਮਤ ਕੀਤੀ ਕਿ ਨਹੀਂ, ਇਹ ਮੁਕਾਮ ਤੇ ਮੈਂ ਪਹੁੰਚਣਾ ਜਿੱਤੇ ਹਰ ਇਨਸਾਨ ਨਹੀਂ ਪਹੁੰਚ ਸਕਦਾ ਔਰ ਮੈਂ ਇਸ ਮੰਜ਼ਿਲ ਨੂੰ ਪਕੜ ਕੇ ਦਿਖਾਣਾ ਵੇ ਔਰ ਇੰਨੀ ਅਵੇਅਰਨੈਸ ਲੈ ਕੇ ਆਣੀ ਹੈ ਕਿ ਮੈਂ ਕੰਮ ਕਰਨਾ ਹੀ ਕਰਨਾ ਹੈਗਾ। मैडम दे कोल पहला पार्लर जब फर्स्ट टाइम 1988 विच इन्हां ने अपने हाउस के अंदर खोलिया और वो पहले दिन दी जेड़े इन्हां दे नाल इन्हां ने अपनी फर्स्ट इंप्लॉई रखी। मैनू कहंदियां बड़ा शर्म आ रही है कि इंप्लॉई वर्ड नहीं जोड़िया, बट वी से अज वो भी मेरे नाल हैं 35 साल तो। मेरे घर विच सब ने मैनू क्या भी कि तू क्यों यह काम कर रही है। मैं क्या ना तुसी आज यह गल कह रहे हो, मैं तो अपने हसबैंड नाल अपने बच्चों नाल भी यही काम करांगी और सब तो मैनू खुशी है इस गल दी है कि मेरा यही सपना पूरा होया। ब्यूटी पार्लर वर्ड जो था वो मेंट फॉर लेडीज था, पर 1995 में इंडियन एक्सप्रेस की जॉब छोड़कर एज ए मैनेजर आई ज्वाइन दिस एडवेंचर और 1995 में आई गॉट दिस अपॉर्चुनिटी टू ओपन ए सलून इन सेक्टर 44 और वो मैंने कॉर्पोरेट ऑफिस बनाया। मेरे बच्चों की जो बेटियां हैं, एक 5 साल की है, एक 2 साल की, उन्हें भी पूरे बिजनेस के एथिक्स पता है कि थ्रेडिंग क्या होती है, फेशियल क्या होता है और मेकअप क्या होता है। तो इससे आप समझ सकते हैं घर में कितना पैशन है इस बिजनेस से। अपने प्रोडक्ट को मार्केट से बाय करते टाइम आप कभी उस पर रिबेट या कंसल्टेंसी या किसी तरह की वो मत करें। ये चीज मैंने अपने अंदर गांठ बांध दी। यूनिसेक्स सैलून, उस जमाने में एसी वर्ड, एक सैलून में, एक नाई की दुकान पर सैलून जो मैंने बना दिया वर्ड, वो लोगों के लिए, ट्राई सिटी वालों के लिए एक नया एडवेंचर था और उसमें मुझे इतनी अपॉर्चुनिटी मिली कि आई गॉट अ गुड नेम इन साउदर्न पार्ट ऑफ चंडीगढ़। मेरा उल्टा रूल है, महंगा खरीदो उससे अच्छा खरीदो और क्वालिटी को अपना मोटो बनाओ। उसी का रिजल्ट है कि 2016 में मैंने सन्नी इनक्लेव में अपनी नई ब्रांच खोली। ज़िंदगी में 2000 में मैंने ये सोच लिया था कि मैं कभी ज़िंदगी में कामयाब हुआ तो मैं सेक्टर 8 या 9 में अपनी ब्रांच खोलूँगा। ਸਤਿ ਸ਼੍ਰੀ ਅਕਾਲ ਜੀ। ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ। ਲਗਾਤਾਰ ਤੁਹਾਡੇ ਨਾਲ ਜਿੱਥੇ ਖਬਰਾਂ ਸਾਂਝੀਆਂ ਕਰਦੇ ਆ ਤੇ ਨਾਲ ਕਈ ਅਜਿਹੀ ਕਹਾਣੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਤੋਂ ਬਹੁਤ ਸਾਰੇ ਲੋਕ ਉਹ ਵੀ ਸੇਧ ਲੈਂਦੇ ਨੇ ਜਿਨ੍ਹਾਂ ਦੇ ਮਨ 'ਚ ਸ਼ਾਇਦ ਕਈ ਕਿੰਤੂ ਪਰੰਤੂ ਚੱਲ ਰਿਹਾ ਹੁੰਦਾ, ਪਰ ਉਹ ਆਖਰਕਾਰ ਜਦੋਂ ਇਸ ਤਰ੍ਹਾਂ ਦੀ ਕਹਾਣੀਆਂ ਸਾਹਮਣੇ ਆਉਂਦੀਆਂ ਨੇ ਤਾਂ ਉਹ ਹਿੰਮਤ ਦਿਖਾਉਂਦੇ ਨੇ। ਇੱਕ ਅਜਿਹੀ ਕਹਾਣੀ ਅੱਜ ਤੁਹਾਨੂੰ ਚੰਡੀਗੜ੍ਹ ਦੀ ਸਾਂਝੀ ਕਰਨ ਲੱਗਿਆ। ਤੁਸੀਂ ਸੁਣ ਕੇ ਇਸ ਚੀਜ਼ ਨੂੰ ਹੈਰਾਨ ਰਹਿ ਜਾਓਗੇ ਕਿ ਜਿੱਥੋਂ ਅਸੀਂ ਸ਼ੁਰੂਆਤ ਕਰਾਂਗੇ ਤੇ ਫਿਰ ਹੁਣ ਪ੍ਰੈਜ਼ੈਂਟਲੀ ਜਿਸ ਮੁਕਾਮ ਤੇ ਉਹ ਹੈਗੇ ਨੇ। ਦਿਨੇਸ਼ ਮਲਹੋਤਰਾ ਤੇ ਰੀਨਾ ਮਲਹੋਤਰਾ ਸਾਡੇ ਨਾਲ ਨੇ। ਅੱਜ ਜੇ ਕਹੀਏ ਕਿ ਇਹਨਾਂ ਦੇ ਮੁਕਾਮ ਦੀਆਂ ਗੱਲਾਂ ਅਜਿਹੀਆਂ ਕਿ ਦੂਰੋਂ ਦੂਰੋਂ ਲੋਕ ਨੇ ਜਿਹੜੇ ਜਿੱਥੇ ਜਿੱਥੇ ਵੀ ਪਤਾ ਲੱਗਦਾ ਇਹਨਾਂ ਬਾਰੇ ਇਹਨਾਂ ਨੂੰ ਮਿਲਣ ਵੀ ਆਉਂਦੇ ਨੇ ਤੇ ਨਾਲ ਹੀ ਇਹਨਾਂ ਕੋਲ ਜਿਹੜਾ ਕੰਮ ਦੇ ਲਈ ਵੀ ਪਹੁੰਚਦੇ ਨੇ। ਇਹਨਾਂ ਦਾ ਬੇਸਿਕਲੀ ਸਲੂਨ ਹੈ। ਸਲੂਨ ਜੇ ਕਹੀਏ ਕਿ ਜਦੋਂ ਸ਼ਾਇਦ ਸ਼ੁਰੂਆਤ ਹੋਈ ਸਲੂਨ ਨਾਂ ਦੇ ਸ਼ਬਦ ਲੋਕਾਂ ਦੇ ਜ਼ਿਹਨ ਦੇ ਵਿੱਚ ਬਹੁਤ ਘੱਟ ਹੁੰਦੇ ਸੀਗੇ ਤੇ ਇਹਨਾਂ ਤੋਂ ਹੀ ਪੁੱਛ ਲੈਂਦੇ ਕਿਵੇਂ ਦੀ ਇਹ ਸ਼ੁਰੂਆਤ ਰਹੀ ਤੇ ਆਖਰਕਾਰ ਸਲੂਨ ਤੱਕ ਦਾ ਸਫ਼ਰ ਕਿਵੇਂ ਰਿਹਾ, ਕਿਉਂਕਿ ਸਲੂਨ ਜੇ ਕਿਹਾ ਜਾਵੇ ਅੱਜ ਵੀ ਛੋਟੇ ਸ਼ਹਿਰਾਂ ਦੇ ਵਿੱਚ ਸੁਣ ਕੇ ਲੋਕਾਂ ਨੂੰ ਕਈਆਂ ਨੂੰ ਸਮਝ ਨਹੀਂ ਲੱਗਦੀ ਹੈਗੀ। ਸਤਿ ਸ਼੍ਰੀ ਅਕਾਲ ਜੀ। ਦਿਨੇਸ਼ ਜੀ ਪਹਿਲਾਂ ਰੀਨਾ ਜੀ ਤੋਂ ਸ਼ੁਰੂਆਤ ਕਰ ਲੈਂਦੇ ਹਾਂ। ਰੀਨਾ ਜੀ ਦੇਖਿਆ ਜਾਵੇ ਜਦੋਂ ਸ਼ੁਰੂਆਤ ਕਰੀ ਸੀ 1985 ਦੇ ਵਿੱਚ, ਉਦੋਂ ਦਾ ਕਿਸ ਤਰ੍ਹਾਂ ਦਾ ਸਫ਼ਰ ਸੀ ਤੇ ਕਿੱਡੀ ਕੁ ਜਗ੍ਹਾ ਦੇ ਵਿੱਚ ਸ਼ੁਰੂਆਤ ਸੀ ਤੁਹਾਡੀ? ਹਾਂਜੀ ਦੇਖੋ, ਜਿਸ ਸਮੇਂ ਮੈਂ ਸ਼ੁਰੂਆਤ ਕੀਤੀ ਸੀ ਉਸ ਸਮੇਂ ਤੇ ਇਸ ਲਾਈਨ ਨੂੰ ਕੋਈ ਜ਼ਿਆਦਾ ਅੱਛਾ ਸਮਝਦੇ ਹੀ ਨਹੀਂ ਹੈਗੇ ਸੀ ਔਰ ਆਪਣੇ ਬਜ਼ੁਰਗਾਂ ਤੋਂ ਡਾਂਟ ਖਾ ਕੇ
ਔਰ ਉਹਨਾਂ ਦੀਆਂ ਗੱਲਾਂ ਸੁਣ ਕੇ ਫਿਰ ਵੀ ਇਹ ਹਿੰਮਤ ਕੀਤੀ ਕਿ ਨਹੀਂ, ਇਹ ਮੁਕਾਮ ਤੇ ਮੈਂ ਪਹੁੰਚਣਾ ਹੈ ਜਿੱਤੇ ਹਰ ਇਨਸਾਨ ਨਹੀਂ ਪਹੁੰਚ ਸਕਦਾ, ਔਰ ਮੈਂ ਇਸ ਮੰਜ਼ਿਲ ਨੂੰ ਪਕੜ ਕੇ ਦਿਖਾਣਾ ਵੇ ਔਰ ਐਨੀ ਅਵੇਅਰਨੈਸ ਲੈ ਕੇ ਆਣੀ ਹੈ ਕਿ ਮੈਂ ਕੰਮ ਕਰਨਾ ਹੀ ਕਰਨਾ ਹੈਗਾ। ਔਰ ਮੈਨੂੰ ਬੜੀ ਮੋਟੀਵੇਸ਼ਨ ਮਿਲੀ ਆਪਣੀ ਫੈਮਿਲੀ ਤੋਂ, ਮੈਨੂੰ ਮਜ਼ਾ ਆਂਦਾ ਸੀ ਇੰਨਾ ਕੰਮ ਕਰਨ ਦੇ, ਨਾ ਮੈਨੂੰ ਕੁਝ ਵੀ ਹੋਰ ਨਜ਼ਰ ਨਹੀਂ ਆਂਦਾ ਸਿਵਾਏ ਇਸ ਕੰਮ ਕਰਨ ਨੂੰ, ਔਰ ਦਿਲ ਨਾਲ ਇਹ ਕੰਮ ਕੀਤਾ। ਔਰ ਇੱਕ ਸਭ ਤੋਂ ਵੱਡੀ ਗੱਲ, ਮੇਰੀ ਫੈਮਿਲੀ ਨੇ, ਅੱਜ ਮੇਰੇ ਬੱਚਿਆਂ ਨੇ ਇਹਨੂੰ ਪੂਰਾ ਸਪੋਰਟ ਦਿੱਤਾ। ਅੱਜ ਪਹਿਲਾਂ ਮੈਂ ਪਾਰਲਰ ਬਹੁਤ ਅੱਛੇ ਤਰੀਕੇ ਉਹ ਚਲਾ ਲੈਂਦੀ ਸੀ, ਅੱਜ ਮੇਰੇ ਬੱਚੇ, ਮੇਰੀ ਬਹੂ, ਮੇਰੇ ਹਸਬੈਂਡ ਸਭ ਮੇਰੇ ਨਾਲ ਹੈਗੇ ਨੇ। ਮੈਂ ਬਹੁਤ ਮਤਲਬ ਸ਼ੁਕਰੀਆ ਈਸ਼ਵਰ ਦਾ ਕਰਨੀ ਆ ਕਿ ਮੈਂ ਕਹਿੰਦੀ ਹਾਂ ਹਰ ਇਨਸਾਨ ਮਿਹਨਤ ਕਰੇ ਤੇ ਕਿਉਂ ਨਹੀਂ ਉਹਨੂੰ ਫਲ ਮਿਲੇਗਾ। ਹਰ ਇਨਸਾਨ ਨੂੰ ਅੱਗੇ ਵਧਣਾ ਜ਼ਰੂਰ ਚਾਹੀਦਾ ਹੈ। ਰੀਨਾ ਜੀ ਇੱਕ ਚੀਜ਼ ਦੱਸੋ, ਕਿਉਂਕਿ ਅੱਜ ਜੋ ਮੁਕਾਮ ਹੈ, ਕਿਉਂਕਿ ਇੱਕ ਪਰਿਵਾਰਕ ਆਪਾਂ ਕਹਿ ਦਿੰਦੇ ਹਾਂ ਵੀ ਕੰਮ ਹੁੰਦਾ, ਜਿਹੜੇ ਤਾਂ ਜੌਬ ਕਰਦੇ ਨੇ ਅਮੂਮਨ ਤੌਰ ਤੇ ਦੇਖਦੇ ਉਹਨਾਂ ਦੇ ਬੱਚੇ ਜੌਬ ਕਰਦੇ ਨੇਗੇ, ਤੇ ਜ਼ਿਆਦਾ ਤੌਰ ਹੁੰਦਾ ਇਹ ਹੈ ਵੀ ਜੇ ਕੋਈ ਘਰ 'ਚ ਦਰਜੀ ਹੈ ਤਾਂ ਉਹ ਵੱਡੀ ਦੁਕਾਨ ਖੋਲ੍ਹ ਲੈਂਦਾ ਅੱਗੇ ਟੇਲਰ ਦੀ। ਪਰ ਜਿਵੇਂ ਜਿਹੜੀ ਸ਼ੁਰੂਆਤ ਤੁਹਾਡੀ ਸੀ ਉਹ 'ਚ ਜਿਵੇਂ ਤੁਸੀਂ ਕਿਹਾ, ਇੱਕ ਤਾਂ ਸਫ਼ਰ ਉਦੋਂ ਔਖਾ ਸੀ, ਉਦੋਂ ਇਸ ਕੰਮ ਨੂੰ ਕੋਈ ਚੰਗਾ ਨਹੀਂ ਸੀ ਜ਼ਿਆਦਾ ਸਮਝਦਾ, ਅੱਜ ਤਾਂ ਖੈਰ ਪੈਸ਼ਨ ਹੈ ਲੋਕਾਂ ਦਾ, ਪਰ ਉਦੋਂ ਜਦੋਂ ਤੁਸੀਂ ਇਹ ਸ਼ੁਰੂਆਤ ਕਰੀ ਕਦੇ ਸੋਚਿਆ ਸੀ ਵੀ ਫੈਮਿਲੀ ਬਿਜ਼ਨਸ ਬਣੂਗਾ ਇਹ ਅੱਗੇ ਜਾ ਕੇ? ਨਹੀਂ, ਇਹ ਤੇ ਮੈਂ ਪਹਿਲਾਂ ਹੀ ਸੋਚਿਆ ਸੀ, ਬਚਪਨ ਤੋਂ ਹੀ ਸੋਚ ਲਿੱਤਾ ਸੀ, ਕਿਉਂਕਿ ਮੇਰੇ ਮਨ ਵਿੱਚ ਸ਼ੁਰੂ ਤੋਂ ਸੀ ਕਿ ਮੈਂ ਆਪਣੇ ਹਸਬੈਂਡ ਦੇ ਨਾਲ ਇਹ ਕੰਮ ਕਰਾਂਗੀ। ਔਰ ਮੇਰੇ ਘਰ ਵਿੱਚ ਸਭ ਨੇ ਮੈਨੂੰ ਕਿਹਾ ਵੀ ਕਿ ਤੂੰ ਕਿਉਂ ਇਹ ਕੰਮ ਕਰ ਰਹੀ ਹੈ। ਮੈਂ ਕਿਹਾ ਨਾ, ਤੁਸੀਂ ਅੱਜ ਇਹ ਗੱਲ ਕਹਿ ਰਹੇ ਹੋ, ਮੈਂ ਤੇ ਆਪਣੇ ਹਸਬੈਂਡ ਨਾਲ, ਆਪਣੇ ਬੱਚਿਆਂ ਨਾਲ ਵੀ ਇਹੀ ਕੰਮ ਕਰਾਂਗੀ। ਔਰ ਸਭ ਤੋਂ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਮੇਰਾ ਇਹੀ ਸੁਪਨਾ ਪੂਰਾ ਹੋਇਆ। ਦਿਨੇਸ਼ ਜੀ ਦੇਖਿਓ, ਉਸ ਸਮੇਂ ਦੇ ਵਿੱਚ ਚਲੋ ਹੁਣ ਗੱਲਾਂ ਕਰਨੀਆਂ ਸੌਖੀਆਂ ਨੇ, ਉਦੋਂ ਇੰਨੀਆਂ ਸੌਖੀਆਂ ਨਹੀਂ ਰਹੀਆਂ ਹੋਣੀਆਂ। देखो जी, कोई भी काम जब तक मन के अंदर विचार ना आन, जब कोई आदमी तरक्की करना चाहता है उसके अंदर विल बनती है। विल तभी कामयाब होती है जब असी एक दूसरे के नाल चलने हैं। जिस तरह मैं एग्जाम्पल देने जा रहा कि 1979 जिस वक्त शहनाज बहुत मशहूर नाम सी, उन्होंने तो इन्होंने घर के अंदर उन्होंने दिल्ली विच वोमेंस एरा का ਅਕੈਡਮੀ ਹੁੰਦੀ ਸੀ, ਉੱਥੋਂ ਇਹਨਾਂ ਨੇ ਸਿੱਖਿਆ ਸੀ। ਮੈਡਮ ਸ਼ਹਨਾਜ਼ ਖੁਦ ਸਿਖਾਉਂਦੇ ਸੀ, ਉਹਨਾਂ ਦੀ ਬੇਟੀ ਨੀਲੋਫਰ ਨੇ ਬਾਅਦ ਵਿੱਚ ਆ ਕੇ ਟੇਕ ਓਵਰ ਕੀਤਾ। ਮੈਂ ਇਹ ਦੱਸਣਾ ਚਾਹ ਰਿਹਾ, ਮੈਂ ਉਹਨਾਂ ਨੂੰ ਦੇਖ ਕੇ ਇੰਸਪਾਇਰਡ ਹੋਇਆ ਕਿ ਉਸ ਲੇਡੀ ਦਾ ਨਾਮ ਪੂਰੀ ਦੁਨੀਆ ਵਿੱਚ ਪਹਿਲੀ ਇੱਕ ਲੇਡੀ ਸੀ ਜਿਸ ਨੂੰ ਆਈਡੈਂਟੀਫਾਈਡ ਸਾਰੀ ਕੰਟਰੀਆਂ ਨੇ ਕੀਤਾ। ਔਰ ਅੱਜ ਹਰਬਲ ਪ੍ਰੋਡਕਟ ਦਾ ਨਾਮ, ਹਰਬਲ ਜਾਣਨਾ ਲੋਕਾਂ ਨੂੰ ਪਤਾ ਵੀ ਨਹੀਂ ਸੀ ਕਿ ਹਰਬਲ ਦਾ ਮਤਲਬ ਕੀ ਹੈ, ਜੜੀ ਬੂਟੀਆਂ ਕਿੱਥੋਂ ਮਿਲਦੀਆਂ, ਕਿਸ ਤਰ੍ਹਾਂ ਦੇ ਫੁੱਲਾਂ ਨਾਲ ਕਿਹੜੀ ਚੀਜ਼ ਦੀ ਸ਼ੁਰੂਆਤ ਹੁੰਦੀ ਹੈ। ਇੰਟੈਂਸ਼ਨ ਵੈਰੀ ਕਲੀਅਰ ਸੀ। ਔਰ ਮੈਂ ਜੌਬ ਕਰਦਾ ਸੀ, ਮੈਨੂੰ ਰੱਬ ਨੇ ਬੜੇ ਭਾਗ ਲਗਾਏ, ਮੈਨੂੰ ਮੇਰੀ ਇਸ ਰੀਨਾ ਮਲਹੋਤਰਾ ਨਾਲ ਮਿਲਾਇਆ। 1983 ਮੇਰੀ ਮੈਰਿਜ ਹੋਈ। 1983 ਵਿੱਚ ਆਈ ਵਾਸ ਵਰਕਿੰਗ ਵਿਦ ਯੂਬੀ ਗਰੁੱਪ, ਔਰ ਯੂਬੀ ਗਰੁੱਪ ਦੇ ਨਾਲ ਮੈਂ ਛੱਡ ਕੇ ਇਹਨਾਂ ਦੀ ਮੈਰਿਜ, ਜਦ ਮੇਰੀ ਡੇਟ ਆਫ ਮੈਰਿਜ ਨਿਕਲੀ, ਆਈ ਗॉट ਸੱਚ ਅ ਲੱਕੀ, आई गॉट ए जॉब इन टाटा। टाटा के अंदर मैंने यह सीखने का मौका मिला कि आप तरक्की तभी कर सकते हैं जब अपने प्रोडक्ट की पूरी नॉलेज रखते हों, और अपने प्रोडक्ट को मार्केट से बाय करते टाइम आप कभी उस पर रिबेट या कंसल्टेंसी या किसी तरह की वो मत करें। ये चीज़ मैंने अपने अंदर गांठ बांध ली, और मैंने अपनी वाइफ को प्रमोट करने के लिए अपने पेरेंट्स से फ़ाइट की। उस फाइट का रिज़ल्ट है कि आज वो भी बहुत खुश थे जब वो इस दुनिया से गए। वो भी उसी काउंटर पे बैठे जिस काउंटर पे बैठने का उन्हें एतराज़ था। ये नाइयों की दुकान कहलाती थी, और ब्यूटी पार्लर वर्ड जो था वो मेंट फॉर लेडीज़ था। पर 1995 में इंडियन एक्सप्रेस की जॉब छोड़कर एज ए मैनेजर आई ज्वाइन दिस एडवेंचर, और 1995 में I got this opportunity to open a saloon in sector 44, और वो मैंने कॉर्पोरेट ऑफिस बनाया। उसके बाद मैंने सेकंड ब्रांच खोली, वहाँ पे मैंने इतना नाम कमाया। यूनिसेक्स सैलून, उस ज़माने में एसी वर्ड, एक सैलून में, एक नाई की दुकान पर सैलून जो मैंने बना दिया वर्ड, वो लोगों के लिए, ट्राई सिटी वालों के लिए एक नया एडवेंचर था। और उसमें मुझे इतनी अपॉर्चुनिटी मिली कि आई गॉट अ गुड नेम इन साउदर्न पार्ट ऑफ चंडीगढ़।
उसके बाद 2009 में मैंने अपनी ब्रांच खोली अम्बाला, मैंने उसको कैप्चर किया। अम्बाला के बाद 2012 में आई गॉट वेरी लकी, आई गॉट स्पेस इन सेक्टर 8 पंचकुला, जहाँ पे गोपाल स्वीट है, उसके साथ में आई ओपन अ ब्रांच। उस ब्रांच को मैंने मेरे बेटे के साथ मिलकर इतना पॉपुलर किया कि वहाँ से मेरा माइलस्टोन इतना बड़ा कि लोगों की फरमाइश आने लगी, फ्रेंचाइजी मांगने लगी। आज तक मैंने किसी को अपनी फ्रेंचाइजी नहीं दी है। क्यों? इसमें एक अच्छी आँख और एक अच्छी सर्विस देने के टाइम, क्योंकि पार्टनरों को डाउट होता है कि हम जो खरीद रहे हैं वो महंगा है, सस्ता लेके महंगे में बेच दें। मेरा उल्टा रूल है, महंगा खरीदो उससे अच्छा खरीदो और क्वालिटी को अपना मोटो बनाओ। उसी का रिजल्ट है कि 2016 में मैंने सन्नी इनक्लेव में अपनी नई ब्रांच खोली। ज़िंदगी में 2000 में मैंने ये सोच लिया था कि मैं कभी ज़िंदगी में कामयाब हुआ तो मैं सेक्टर 8 या 9 में अपनी ब्रांच खोलूँगा। सुपना सी एक थोड़ा, ये मेरा सपना था। आज भगवान का मैं अरबों टाइम शुक्रगुजार, जिस भगवान ने मुझे ये अपॉर्चुनिटी दी। मेरे बच्चे, मेरी बहुएं, यहाँ तक कि मुझे कहने में बड़ा प्राउड फील कर रहा हूँ, मेरे बच्चों की जो बेटियाँ हैं, एक 5 साल की है, एक 2 साल की, उन्हें भी पूरे बिजनेस के एथिक्स पता है कि थ्रेडिंग क्या होती है, फेशियल क्या होता है और मेकअप क्या होता है। तो इससे आप समझ सकते हैं घर में कितना पैशन है इस बिजनेस से। ਦੇਖੀਏ ਸ਼ੁਰੂਆਤ ਜਿਵੇਂ ਤੁਸੀਂ ਕਿਹਾ ਵੀ ਸੌਖੀ ਨਹੀਂ ਸੀਗੀ, ਕੋਈ ਵਿਰੋਧ ਬੜਾ ਸੀ, ਜਿਵੇਂ ਇਹਨਾਂ ਨੇ ਦੱਸਿਆ ਵੀ ਪਰਿਵਾਰ ਤੱਕ ਦੇ ਨਾਲ ਲੜਨਾ ਪੈ ਗਿਆ। ਲੜਾਈ ਭਾਵੇਂ ਆਪਣੇ ਦੇ ਨਾਲ ਉਸ ਤਰ੍ਹਾਂ ਦੀ ਨਹੀਂ ਹੁੰਦੀ ਹੈਗੀ, ਪਰ ਫਿਰ ਵੀ ਕਿਤੇ ਨਾ ਕਿਤੇ ਵਿਰੋਧ ਸੀਗਾ। ਪਰ ਅੱਜ ਪੂਰਾ ਪਰਿਵਾਰ ਇੰਨੇ ਪੈਸ਼ਨ ਦੇ ਨਾਲ ਲੱਗਿਆ ਹੋਇਆ ਹੈ। ਰੀਨਾ ਜੀ, ਉਹ ਦਿਨਾਂ ਦੇ ਵਿੱਚ ਜੇ ਤੁਸੀਂ ਬੈਕਗ੍ਰਾਉਂਡ ਤੇ ਜਾਓ ਤਾਂ ਜਦੋਂ ਸ਼ੁਰੂਆਤ ਕਰੀ ਕੋਈ ਛੋਟੀ ਜਿਹੀ ਦੁਕਾਨ ਤੋਂ ਹੀ ਕਰੀ ਹੋਣੀ ਹੈ ਜਾਂ ਤੁਸੀਂ ਘਰ ਹੀ ਕਰੀ? ਨਹੀਂ, ਛੋਟੇ ਜਿਹੇ ਘਰ ਤੋਂ ਹੀ ਸਟਾਰਟ ਘਰ ਤੋਂ ਹੀ ਕੀਤੀ ਸ਼ੁਰੂਆਤ ਸੀ। ਕਰੀ? ਹਾਂਜੀ। ਤੇ ਉੱਥੇ ਫਿਰ ਜੇ ਕਹੀਏ ਕੀ ਕਰਾ ਸਮਾਨ ਸਮੂਨ ਫਿਰ ਦਿਨੇਸ਼ ਜੀ ਨੇ ਲਿਆ ਕੇ ਦਿੱਤਾ ਜਾਂ ਆਪਦੀ ਹਿੰਮਤ ਮਾਰੀ? ਨਹੀਂ, ਮੇਰੀ ਹਿੰਮਤ ਸੀ, ਮੈਂ ਆਪ ਵੀ ਲੈ ਆਂਦੀ ਸੀ ਔਰ ਮੇਰੇ ਨਾਲ ਇਹ ਜਾ ਕੇ ਵੀ ਲੈ ਆਂਦੇ ਸੀ। ਪਰ ਉਦੋਂ ਉਸ ਸਮੇਂ ਜਿਵੇਂ ਤੁਸੀਂ ਕਿਹਾ ਵੀ ਇੱਕ ਦੌਰ ਬਹੁਤ ਪਿੱਛੇ ਦਾ ਉਹ ਲੇਡੀਜ਼ ਖੁੱਲ ਕੇ ਆ ਜਾਂਦੀਆਂ ਸੀ, ਉਦੋਂ ਉਹਨਾਂ ਦੇ ਮਨ 'ਚ ਸੀਗਾ ਇਹ ਚੀਜ਼ ਕਿ ਹਾਂ ਅਸੀਂ ਪਾਰਲਰ ਜਾਣਾ? ਲੇਡੀਜ਼ ਆ ਜਾਂਦੀਆਂ ਸੀ। ਜਦੋਂ ਥੋੜਾ ਜਿਹਾ ਅਵੇਅਰਨੈਸ ਆਈ 8 ਸਾਲ ਪਾਰਲਰ ਚਲਾਉਣ ਦੇ ਬਾਅਦ, ਤੇ ਫਿਰ ਮੈਂ ਦਿਨੇਸ਼ ਜੀ ਨੂੰ ਕਿਹਾ ਕਿ ਤੁਸੀਂ ਜੌਬ ਛੱਡ ਦਿਓ ਔਰ ਮਾਰਕੀਟ ਵਿੱਚ ਚੱਲਨੇ ਆ। ਫਿਰ ਉਹਨਾਂ ਨੇ ਕਿਹਾ ਠੀਕ ਹੈ, ਮੈਂ ਤੇਰੇ ਨਾਲ ਕੰਮ ਕਰਾਂਗਾ। ਤੇ ਘਰਦਿਆਂ ਨੇ ਉਦੋਂ ਵੀ ਕਰਿਆ ਹੋਣਾ ਇਤਰਾਜ਼? ਨਹੀਂ, ਉਹ ਤੱਕ ਸਕਸੈਸਫੁਲੀ ਸਾਰੀ ਫੈਮਿਲੀ ਸੈਟਲ ਹੋ ਚੁੱਕੀ ਸੀ, ਸਭ ਦੇ ਅੰਦਰ ਇਸ ਚੀਜ਼ ਦੀ ਨੌਲੇਜ ਆ ਚੁੱਕੀ ਸੀ ਔਰ ਉਹ ਪੀਰੀਅਡ ਇੱਕ ਖੁਸ਼ਹਾਲ ਪੀਰੀਅਡ ਦੀ ਸ਼ੁਰੂਆਤ ਔਰ ਲੇਡੀਜ਼ ਨੂੰ ਅਵੇਅਰਨੈਸ ਹੋ ਚੁੱਕੀ ਸੀ। ਹਰ ਬੰਦਾ ਆਪਣੇ ਆਪ ਨੂੰ ਇੱਕ ਪ੍ਰੋਜੈਕਟ ਕਰਦਾ ਸੀ ਕਿਸੇ ਮਹਿਫਿਲ ਦੇ ਅੰਦਰ ਜਾਣ ਵਾਸਤੇ, ਜੌਬ ਅਪਰਚੁਨਿਟੀਜ਼ ਵਾਸਤੇ, ਇੰਟਰਵਿਊਜ਼ ਦੇ ਵਾਸਤੇ, ਕਾਲਜ ਦੇ ਫੰਕਸ਼ਨਾਂ ਵਿੱਚ। ਬॉयज़ ਦੇ ਅੰਦਰ ਇਹ ਅਵੇਅਰਨੈਸ ਥੋੜੀ ਲੇਟ ਆਈ। 1995 ਜਦ ਮੈਂ ਸਟਾਰਟ ਕੀਤਾ ਤੇ ਉਸ ਟਾਈਮ ਤੇ ਇਤਨੀ ਨਹੀਂ ਸੀ, ਪਰ 2001 ਵਿੱਚ ਆਈ ਕੈਨ ਸੇ ਪ੍ਰਾਊਡਲੀ ਕਿ ਲੋਕਾਂ ਨੇ ਬਹੁਤ ਖੁੱਲ ਕੇ ਇਸ ਸ਼ਹਿਰ ਦੇ ਅੰਦਰ ਸਭ ਅੱਛੀ ਫੈਮਿਲੀਜ਼ ਤੋਂ ਲੋਕਾਂ ਨੇ ਓਪਨ। ਸਾਡਾ ਫੈਮਿਨਾ ਪਲਸ ਨੂੰ ਅਗਰ ਤੁਸੀਂ ਜਾ ਕੇ ਦੇਖੋ ਔਰ ਮਿਲ ਕੇ ਦੇਖੋ ਉਸ ਸੈਲੂਨ ਵਿੱਚ, ਤੇ ਤੁਹਾਨੂੰ ਇਹ ਸੈਲੂਨ ਦੇ ਅੰਦਰ ਇੱਕ ਫੈਮਿਲੀ ਐਟਮੋਸਫੇਅਰ ਹਰ ਸੈਲੂਨ ਵਿੱਚ ਤੁਹਾਨੂੰ ਮਿਲੇਗਾ। ਇਹ ਮੈਂ ਤੁਹਾਨੂੰ ਪ੍ਰਾਊਡ ਨਾਲ ਕਹਾਂਗੀ। ਸ਼ੁਰੂ ਚ ਸੋਚਿਆ ਸੀ ਵੀ ਇਸ ਤਰ੍ਹਾਂ ਦਾ ਮੈਂ ਐਟਮੋਸਫੇਅਰ ਦੇਣਾ ਹੈਗਾ? ਹਾਂ, ਇਹ ਮੈਂ ਮੇਰੀ ਸੋਚ ਹੀ ਹੈ ਸੀ ਕਿ ਮੈਂ ਹਰ ਬ੍ਰਾਂਚ ਨੂੰ ਜਿੰਨੀ ਵੀ ਮੈਂ ਖੋਲਾਂਗੀ ਜਾਂ ਜੋ ਵੀ ਕਰਾਂਗੀ, ਮੇਰਾ ਇੱਕ ਮੋਟੋ ਹੈ ਕਿ ਕੋਈ ਆਵੇ ਤੇ ਉਹਨੂੰ ਵੈਲਕਮ, ਉਹਨਾਂ ਦਾ ਕੰਮ ਬਹੁਤ ਅੱਛਾ ਹੋਣਾ ਚਾਹੀਦਾ। ਕਿਉਂਕਿ ਆਮ ਤੌਰ ਤੇ ਦਿਨੇਸ਼ ਜੀ ਜਦੋਂ ਕੋਈ ਸਕਸੈਸਫੁਲੀ ਬ੍ਰਾਂਡ ਬਣ ਜਾਂਦਾ ਹੈਗਾ, ਜਿਵੇਂ ਤੁਸੀਂ ਕਹੇ ਚਲੋ ਤੁਸੀਂ ਤਾਂ ਫਰੈਂਚਾਈਜ਼ੀਆਂ ਨਹੀਂ ਦਿੱਤੀਆਂ ਹੈਗੀਆਂ, ਪਰ ਜਦੋਂ ਇੱਕ ਬ੍ਰਾਂਡ ਬਣ ਜਾਂਦਾ ਆਮ ਤੌਰ ਤੇ ਦੇਖਿਆ ਕਿ ਜਿਹੜੇ ਸ਼ੁਰੂ ਕਰਨ ਵਾਲੇ ਹੁੰਦੇ ਨੇਗੇ ਜਾਂ ਜਦੋਂ ਉਹਨਾਂ ਨੂੰ ਲੱਗਦਾ ਵੀ ਯਾਰ ਹੁਣ ਤਾਂ ਬਹੁਤ ਇੱਕ ਕਲਾਸ ਤੇ ਚਲੇ ਗਏ ਆ, ਉਹ ਲੋਕਾਂ ਤੋਂ ਥੋੜਾ ਜਿਹਾ ਕੱਟ ਜਾਂਦੇ ਨੇ। ਤੁਹਾਨੂੰ ਵੀ ਦੇਖਿਆ ਹੋਣਾ ਕਿ ਜਦੋਂ ਵੱਡੇ ਵੱਡੇ ਬ੍ਰਾਂਡ ਬਣ ਜਾਂਦੇ ਨੇ ਲੋਕ ਕਹਿੰਦੇ ਨੇ ਵੀ ਯਾਰ ਓਨਰ ਨੂੰ ਮਿਲਣੀ ਔਖਾ ਹੋ ਜਾਂਦਾ, ਪਰ ਜਦੋਂ ਤੁਸੀਂ ਕਹਿੰਦੇ ਹੋ ਵੀ ਇੱਕ ਫੈਮਿਲੀ ਐਟਮੋਸਫੇਅਰ ਦਿੰਦੇ ਹੋਗੇ, ਕਿਤੇ ਨਾ ਕਿਤੇ ਅੱਜ ਵੀ ਆਪਦੇ ਇਕੱਲੇ ਇਕੱਲੇ ਗਾਹਕ ਨੂੰ ਜਾਣਦੇ ਹੋ ਤੁਸੀਂ? ਬਿਲਕੁਲ ਸਰ, ਇਹ ਮੇਰਾ ਪ੍ਰਾਊਡ ਫੀਲ ਕਰਾਂਗਾ। ਮੇਰੇ 18,000 ਤੋਂ ਉੱਪਰ ਫਾਲੋਅਰਸ ਹੈਗੇ ਔਰ ਸਭ ਤੋਂ ਵੱਡੀ ਗੱਲ, ਮੈਡਮ ਇੱਕ ਚੀਜ਼ ਦੱਸ ਰਹੇ ਨਹੀਂ ਪਾ ਰਹੇ, ਉਹ ਮੈਂ ਤੁਹਾਨੂੰ ਦੱਸ ਦੇਣਾ, ਜੋ ਤੁਸੀਂ ਵੀ ਦੇਖ ਕੇ ਸੁਣ ਕੇ ਖੁਸ਼ ਹੋ ਜਾਓਗੇ ਕਿ ਮੈਡਮ ਦੇ ਕੋਲ ਪਹਿਲਾ ਪਾਰਲਰ ਜਦ ਫਸਟ ਟਾਈਮ 1988 ਵਿੱਚ ਇਹਨਾਂ ਨੇ ਆਪਣੇ ਹਾਊਸ ਦੇ ਅੰਦਰ ਖੋਲ੍ਹਿਆ ਔਰ ਉਹ ਪਹਿਲੇ ਦਿਨ ਦੀ
ਜਿਹੜੇ ਇਹਨਾਂ ਦੇ ਨਾਲ ਇਹਨਾਂ ਨੇ ਆਪਣੀ ਫਸਟ EMPLOYEE ਰੱਖੀ, ਮੈਨੂੰ ਕਹਿੰਦਿਆਂ ਬੜਾ ਸ਼ਰਮ ਆ ਰਹੀ ਹੈ ਕਿ EMPLOYEE ਵਰਡ ਨਹੀਂ ਜੋੜਿਆ, ਬਟ ਵੀ ਸੇ ਅੱਜ ਉਹ ਵੀ ਮੇਰੇ ਨਾਲ ਹਨ 35 ਸਾਲਾਂ ਤੋਂ। 35 ਸਾਲਾਂ ਤੋਂ ਉਹਨਾਂ ਨੂੰ ਵੀ ਨਾਲ ਰੱਖਿਆ। ਉਹਨਾਂ ਨੂੰ ਵੀ ਨਾਲ ਹੈ। ਔਰ ਉਸ ਤੋਂ ਇਲਾਵਾ ਮੇਰੀ ਹਰ ਬ੍ਰਾਂਚ ਦੇ ਅੰਦਰ ਜੋ ਪਹਿਲੇ ਦਿਨ ਤੋਂ ਜੁੜਿਆ ਹੈ ਉਹ ਅੱਜ ਤੱਕ ਹੈ। ਮੇਰੇ 27 ਮੈਂਬਰ ਰੈਗੂਲਰ ਪਰਮਾਨੈਂਟ ਸਾਡੇ ਪਾਰਟਨਰ ਹਨ। ਜਦੋਂ ਆਮ ਤੌਰ ਤੇ ਜਿਵੇਂ ਤੁਸੀਂ ਵੀ ਜੌਬ ਕਰਦੇ ਰਹੇ ਹੋ, ਆਮ ਤੌਰ ਤੇ ਕਿਹਾ ਜਾਂਦਾ ਕਿ ਜਦੋਂ ਵੀ ਕੋਈ ਪ੍ਰਾਈਵੇਟ ਜੌਬ ਕਰਦਾ ਹੈ ਉਹਨੂੰ ਇਹ ਲੱਗਦਾ ਯਾਰ ਵੀ ਓਨਰ ਉਹਦਾ ਕਦੇ ਹੋਏਗਾ ਨਹੀਂ, ਬੇਸ਼ੱਕ ਉਹ ਕਿੰਨੀ ਜੀ ਤੋੜ ਮਿਹਨਤ ਕਰ ਲਈ। ਇਹ ਚੀਜ਼ ਤੁਹਾਨੇ ਵੀ ਸੁਣੀ ਹੋਣੀ ਹੈ ਕਿ ਆਮ ਤੌਰ ਤੇ ਲੋਕ ਕਹਿੰਦੇ ਨੇਗੇ। ਇਹੀ ਮਿਥ ਨੂੰ ਚੇਂਜ ਕਰਨ ਵਾਸਤੇ ਇੱਕ ਸ਼ੁਰੂਆਤ ਸੀ ਤੁਹਾਡੀ। ਬਿਲਕੁਲ ਠੀਕ ਤੁਹਾਡੀ ਸੋਚ ਹੈ ਔਰ ਮੈਂ ਬਿਲਕੁਲ ਤੁਹਾਡੀ ਇਸ ਗੱਲ ਤੋਂ ਐਗਰੀ ਕਰਨਾ। ਪ੍ਰਾਈਵੇਟ ਆਰਗੇਨਾਈਜੇਸ਼ਨ ਹੋਏ ਚਾਹੇ ਗਵਰਨਮੈਂਟ ਆਰਗੇਨਾਈਜੇਸ਼ਨ ਹੋਏ, ਜਦ ਕੋਈ ਸਟੈਪ ਲਿਆ ਜਾਂਦਾ ਹੈ ਅਗਰ ਉਹਦੇ ਅੰਦਰ ਕੌਨਫੀਡੈਂਸ ਦੀ ਕਮੀ ਹੁੰਦੀ ਹੈ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ। ਅਗਰ ਕੌਨਫੀਡੈਂਸ ਹੈ ਤੇ ਕਾਮਯਾਬੀ ਤੁਹਾਡੇ ਹੱਥ 'ਚ ਹੁੰਦੀ ਹੈ। ਜਿਹੜਾ ਤੁਸੀਂ ਕੁਐਸਚਨ ਦੂਸਰਾ ਪੁੱਛ ਲਿਆ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਹਰ ਇਨਸਾਨ ਪੈਸਾ ਕਮਾਉਣ ਲਈ ਆਪਣੇ ਘਰ ਤੋਂ ਨਿਕਲਦਾ ਹੈ। ਅਗਰ ਤੁਸੀਂ ਉਹਦੀ ਸੋਚ ਨੂੰ ਪੋਜ਼ਿਟਿਵ ਨਹੀਂ ਦੇਖੋਗੇ ਤੇ ਤੁਹਾਡੇ ਕੋਲ ਕੋਈ ਨਹੀਂ। ਤੁਸੀਂ ਇਹ ਸਮਝ ਗਏ ਹੋਗੇ ਜਿਹੜਾ 35 ਸਾਲ 27 ਸਾਲ 26 ਸਾਲ 16 ਸਾਲ 6 ਸਾਲ ਤੋਂ ਮੇਰੇ ਨਾਲ ਜੁੜਿਆ ਹੈ, ਅਸੀਂ ਉਹਦੇ ਪਰਿਵਾਰ ਦੀ ਹਰ ਜ਼ਰੂਰਤ ਵਿੱਚ ਖੜੇ ਹੋਣਾ ਆਪਣਾ ਸੁਭਾਗਿਆ ਸਮਝਦੇ ਹਾਂ, ਕਿਉਂਕਿ ਕੋਈ ਤਾਂ ਕਿਸੇ ਦੇ ਨਾਲ ਹੋਏਗਾ ਤੇ ਪਰਿਵਾਰ ਤਦ ਹੀ ਵਧੇਗਾ। ਅਗਰ ਤੁਸੀਂ ਪਰਿਵਾਰ ਨੂੰ ਤੋੜਨਾ ਚਾਹੋ ਤੇ ਫਿਰ ਹਰ ਜਗ੍ਹਾ ਕੋਈ ਨਾ ਕੋਈ ਨੈਗੇਟਿਵਿਟੀ ਤੁਹਾਡੇ। ਹਮੇਸ਼ਾ ਨੈਗੇਟਿਵ ਨੂੰ ਕਦੀ ਆਪਣੇ ਨੇੜੇ ਨਾ ਆਉਣ ਦਿਓ। ਪੋਜ਼ਿਟਿਵਿਟੀ ਨੂੰ ਹਮੇਸ਼ਾ ਵਧਾਉਣ ਵਾਸਤੇ ਉਹਦੇ ਅੰਦਰ ਢੂੰढो ਕਿ ਕੌਣ ਆਦਮੀ ਕੀ ਸੋਚ ਰਿਹਾ ਤੁਹਾਡੇ ਬਾਰੇ 'ਚ, ਔਰ ਉਸ ਸੋਚ ਨੂੰ ਹਮੇਸ਼ਾ ਪੋਜ਼ਿਟਿਵ ਲੈ ਕੇ ਚਲੋ। ਉਹੀ ਰੀਜ਼ਨ ਹੈ ਕੁਆਲਿਟੀ ਇਜ਼ ਮਾਈ ਮੋਟੋ। ਇਹ ਜਿਹੜਾ ਤੁਸੀਂ ਆਏ ਹੋ ਅੱਜ 9 ਸੈਕਟਰ, ਤੁਹਾਨੂੰ ਦੇਖ ਕੇ ਜਿਹੜੀ ਵਾਈਟਨੈਸ ਦਿਖ ਰਹੀ ਹੈ, ਵਾਈਟ ਐਂਡ ਗੋਲਡ। ਵਾਈਟ ਮੀਨਸ ਹਾਈਜੈਨਿਕ, ਲੁੱਕ ਸ਼ੁੱਡ ਬੀ ਵੈਰੀ ਗੁੱਡ। ਇਹ ਸਿੰਬਲ ਹੈ ਮੇਰੇ ਕੰਮ ਦਾ ਕਿ ਅਗਰ ਕੋਈ ਆਏ ਤੇ ਅਸੀਂ ਉਸ ਨੂੰ ਇਸ ਤਰੀਕੇ ਪ੍ਰੈਜ਼ੈਂਟ ਕਰੀਏ, ਜਦੋਂ ਉਹ ਸਮਾਈਲ ਦੇ ਕੇ ਜਾਏ ਤਾਂ ਉਸ ਨੂੰ ਗੋਲਡ ਦੀ ਤਰ੍ਹਾਂ ਸਮਝੀਏ। ਇਸੀ ਕਰਕੇ ਇਹ ਸਾਰਾ ਵਾਈਟ ਐਂਡ ਗੋਲਡ ਦਾ ਕੰਬੀਨੇਸ਼ਨ ਹੈ। ਵੀ ਪ੍ਰੇ ਟੂ ਗੋਡ ਗਿਵ ਅ ਫੁੱਲ ਸਟਰੈਂਥ ਟੂ ਰਿਟੇਨ ਦਿਸ। ਲਾਸਟ ਦਿਨੇਸ਼ ਜੀ ਇੱਕ ਗੱਲ ਦੱਸੋ ਕਿ ਜਿਵੇਂ ਤੁਸੀਂ ਕਿਹਾ ਵੀ ਯੂਨੀਸੈਕਸ ਦਾ ਜਿਹੜਾ ਉਦੋਂ ਤੁਸੀਂ ਕਨਸੈਪਟ ਤੋਰਿਆ ਤੇ ਪਹਿਲਾਂ ਸੀ, ਤੇ ਪਰ ਦੇਖਿਆ ਜਾਵੇ ਜਦੋਂ ਜਦੋਂ ਸ਼ੁਰੂਆਤ ਹੋਈ, ਹੁਣ ਤਾਂ ਖੈਰ ਇਹ ਆਮ ਹੋ ਗਈ ਹੈ ਗੱਲ, ਝਿਜਕਦੇ ਸੀਗੇ ਲੋਕ ਥੋੜਾ ਬਹੁਤ? ਸਰ ਬਿਲਕੁਲ ਠੀਕ ਤੁਸੀਂ ਸੋਚਿਆ। ਜਦੋਂ ਯੂਨੀਸੈਕਸ ਵਰਡ ਆਂਦਾ ਸੀ ਕਿਸੇ ਨੂੰ ਮਤਲਬ ਹੀ ਨਹੀਂ ਪਤਾ ਸੀ ਯੂਨੀਸੈਕਸ ਦਾ ਮਤਲਬ ਕੀ ਹੁੰਦਾ ਹੈ। ਜਦ ਲੇਡੀਜ਼ ਜੈਂਟਸ ਨੂੰ ਮੈਂ ਇੱਕੋ ਹੀ ਨਾਲ ਬਿਠਾਇਆ, ਕਿਉਂਕਿ ਅੱਜ ਤੁਸੀਂ ਵੀ ਮੰਨਦੇ ਹੋ ਲੇਡੀਜ਼ ਔਰ ਜੈਂਟਸ ਦਾ ਵਰਕਿੰਗ ਵੀ ਇਕੱਠੀ ਹੈ, ਬਰਾਬਰ ਦਾ ਸਹਿਯੋਗ ਹੈ, ਔਰ ਇਹੀ ਸਹਿਯੋਗ ਅਸੀਂ ਮਾਸਸ ਨੂੰ ਦਿੱਤਾ, ਇਹੀ ਸਹਿਯੋਗ ਅਸੀਂ ਸਿਟੀ ਨੂੰ ਪੜਾਇਆ ਔਰ ਅੱਜ ਸਿਟੀ ਨੇ ਉਸ ਨੂੰ ਐਕਸੈਪਟ ਕੀਤਾ। ਔਰ ਹਰ ਏਰੀਏ 'ਚ ਸਕਸੈਸ ਤਦ ਹੀ ਆਏਗੀ ਜਦ ਅਸੀਂ ਮਿਲ ਕੇ ਚੱਲਾਂਗੇ। ਲੇਡੀ ਜੈਂਟਸ ਦਾ ਕਦੀ ਅਲੱਗ-ਅਲੱਗ ਸਿਸਟਮ ਨਾ ਸਮਝੀਏ। ਬਿਲਕੁਲ ਕਿਹਾ ਜਾ ਸਕਦਾ ਕਿ ਇਹ ਜੋੜੀ ਇੱਕ ਉਦਾਹਰਨ ਹੈ ਇਸ ਚੀਜ਼ ਦੀ ਕਿ ਜਿਸ ਤਰ੍ਹਾਂ ਜਦੋਂ ਤੁਸੀਂ ਮਨ ਦੇ ਵਿੱਚੋਂ ਕੋਈ ਚੰਗੀ ਚੀਜ਼ ਸੋਚ ਕੇ ਚੱਲਦੇ ਹੋ, ਕਿਉਂਕਿ ਸਾਰੀ ਗੱਲਾਂ 'ਚ ਜੇ ਸ਼ੁਰੂਆਤ ਜੇ ਕਰੀ ਸੀਗੀ ਇਹਨਾਂ ਦੇ ਕੰਮ ਨੂੰ ਲੈ ਕੇ, ਪਰ ਜਿਹੜੀ ਗੱਲ ਜੇ ਕਹੀਏ ਕਿ ਦਿਲ ਨੂੰ ਛੂਹ ਜਾਂਦੀ ਆ ਉਹ ਇਹ ਗੱਲ ਕਿ ਆਖਰਕਾਰ ਕੋਈ ਇੰਨਾ ਲੰਬਾ ਸਮਾਂ ਆਪਦੇ EMPLOYEE ਨੂੰ ਕਿਵੇਂ ਸਾਂਭ ਕੇ ਰੱਖ ਸਕਦਾ ਹੈ। ਇਹ ਸਵਾਲ ਇਸ ਲਈ ਬਣ ਜਾਂਦਾ ਕਿਉਂਕਿ ਅੱਜ ਦੀ ਦੁਨੀਆ ਦੇ ਵਿੱਚ ਦੇਖਦੇ ਇਹ ਆ ਕਿ ਜਦੋਂ ਤੱਕ ਕਿਸੇ ਦਾ ਕੋਈ ਮਤਲਬ ਹੈ ਉਦੋਂ ਤੱਕ ਤਾਂ ਜ਼ਰੂਰ ਕਿਸੇ ਨੂੰ ਬੁਲਾਇਆ ਜਾਂਦਾ, ਪਰ ਦੂਸਰੇ ਨੂੰ ਉਦੋਂ ਬਾਅਦ 'ਚੋਂ ਪਿੱਛੇ ਕਰਕੇ ਅੱਗੇ ਵਾਲਾ ਅੱਗੇ ਆ ਜਾਂਦਾ। ਪਰ ਕਹਿ ਸਕਦੇ ਹਾਂ ਦਿਨੇਸ਼ ਅਤੇ ਰੀਨਾ ਮਲਹੋਤਰਾ ਜੀ ਦੀ ਜਿਸ ਤਰ੍ਹਾਂ ਦੀ ਇਹ ਪੂਰੀ ਸ਼ੁਰੂਆਤ ਸੀ, ਉਹਨੇ ਨਾ ਸਿਰਫ ਆਪਦੇ ਕੰਮ ਨੂੰ ਤਾਂ ਅੱਗੇ ਵਧਾਈ ਹੈ, ਇੱਕ ਚੰਗੀ ਸੋਚ ਵੀ ਲੈ ਕੇ ਚੱਲੇ ਹੋਏ ਨੇ ਤੇ ਅੱਗੇ ਬੱਚਿਆਂ ਨੂੰ ਦੇ ਰਹੇ ਨੇ ਆਪਦਿਆਂ ਨੂੰ ਕਿ ਜਿਹੜੇ ਤੁਹਾਡੀ ਜ਼ਿੰਦਗੀ ਦੇ ਉਹ ਪਹਿਲੂ ਨੇ ਜਿਨ੍ਹਾਂ ਰਸਤੇ ਤੁਸੀਂ ਅੱਗੇ ਵਧੇ ਉਹ ਚੀਜ਼ਾਂ ਨਹੀਂ ਛੱਡਣੀਆਂ ਚਾਹੀਦੀਆਂ। ਬਾਕੀ ਤੇ ਮੈਂ ਤੁਹਾਨੂੰ ਨਾਲੋਂ ਨਾਲ ਚੀਜ਼ਾਂ ਦੇਖੀ ਹੋਣੀਆਂ ਕਿ ਸੈਲੂਨ ਦੀ ਦੁਨੀਆ ਦੇ ਵਿੱਚ ਇਹਨਾਂ ਦੇ ਅੱਜ ਫੈਨ ਕਿਸ ਤਰ੍ਹਾਂ ਦੇ ਨੇ ਉਹ ਦੱਸਣ ਦੀ ਲੋੜ ਨਹੀਂ ਗੀ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।